ਹੈਲੋ ਫਰੈਂਡਸ, ਮੈਂ ਹਰਪਿੰਦਰ ਕੌਰ। ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਮੈਂ ਹੁਣ ਤੁਹਾਨੂੰ 13 ਮਾਰਚ ਦਾ ਜੋ ਈਵਨਿੰਗ ਸਲੋਟ ਦੇ ਵਿੱਚ ਟਾਸਕ 2 ਦਾ ਟੌਪਿਕ ਆਇਆ, ਮੇਰੇ ਸਟੂਡੈਂਟ ਦਾ ਐਗਜ਼ਾਮ ਸੀ, ਜੀਟੀ ਦਾ ਐਗਜ਼ਾਮ ਸੀ ਉਹਨਾਂ ਦਾ। ਸੋ ਉਹਨਾਂ ਨੂੰ ਟਾਸਕ 2 ਦਾ ਜੋ ਟੌਪਿਕ ਆਇਆ ਲੁਧਿਆਣੇ, ਠੀਕ ਆ, ਲੁਧਿਆਣੇ ਸੀ ਉਹਨਾਂ ਦਾ ਐਗਜ਼ਾਮ। ਸਟੇਟਮੈਂਟ ਹੈ, ਪੀਪਲ ਸਪੈਂਡ ਟੂ ਮਚ on family celebrations such as birthdays and weddings. What are the importance of these celebrations? Do you think people really spend too much? ਕਹਿੰਦੇ ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਮਨੀ ਸਪੈਂਡ ਕਰ ਰਹੇ ਨੇ ਸੈਲੀਬ੍ਰੇਸ਼ਨਸ ਲਾਈਕ ਜਿਵੇਂ ਬਰਥਡੇਜ਼ ਹੋ ਗਏ, ਵੈਡਿੰਗਸ ਹੋ ਗਈਆਂ। ਕਹਿੰਦੇ ਇਹ ਕੀ ਨੇ, ਵਟ ਆਰ ਦਾ ਇੰਪੋਰਟੈਂਸ ਆਫ ਦੀਜ਼ ਸੈਲੀਬ੍ਰੇਸ਼ਨਸ। ਸੋ ਇੱਕ ਪੈਰਾਗ੍ਰਾਫ 'ਚ ਤੁਸੀਂ ਦੱਸੋਗੇ ਵੀ ਇਹਨਾਂ ਸੈਲੀਬ੍ਰੇਸ਼ਨਸ ਦੀ ਕੀ ਇੰਪੋਰਟੈਂਸ ਹੈ, ਕੀ ਮਹੱਤਤਾ ਹੈ ਲਾਈਫ ਦੇ ਵਿੱਚ। ਡੂ ਯੂ ਥਿੰਕ ਪੀਪਲ ਰੀਅਲੀ ਸਪੈਂਡ ਟੂ ਮਚ? ਅਤੇ ਤੁਸੀਂ ਕੀ ਸੋਚਦੇ ਹੋ ਕਿ ਲੋਕ ਰੀਅਲੀ ਬਹੁਤ ਜ਼ਿਆਦਾ ਪੈਸਾ ਖਰਚ ਕਰ ਰਹੇ ਨੇ ਇਹਨਾਂ ਸੈਲੀਬ੍ਰੇਸ਼ਨਸ 'ਤੇ। ਸੋ ਫਸਟ ਆਪਾਂ ਇੰਟਰੋਡਕਸ਼ਨ ਦਾ ਪੈਰਾਗ੍ਰਾਫ ਬਣਾਵਾਂਗੇ। ਨਾਓ ਡੇਜ਼ ਪੀਪਲ tend to spend a lot on family events like weddings and birthday parties. While these celebrations are vital of the function of building strong family bonding between family members. So ਕਹਿੰਦੇ ਹਾਂਜੀ ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਪੈਸਾ ਖਰਚ ਕਰ ਰਹੇ ਨੇ ਇਹਨਾਂ ਸੈਲੀਬ੍ਰੇਸ਼ਨਸ 'ਤੇ ਅਤੇ ਇਹਦੇ ਨਾਲ ਜੋ ਫੈਮਿਲੀ ਦੀ ਬੌਂਡਿੰਗ ਹੈ ਕਹਿੰਦੇ ਉਹ ਵੀ ਸਟਰੋਂਗ ਹੁੰਦੀ ਆ। I will set out the importance of these family occasions and explain why I firmly believe that the current generation is spending excessively on these parties. So ਕਹਿੰਦੇ ਮੈਂ ਦੱਸੂਗੀ ਵੀ ਇਹਦੀ ਇੰਪੋਰਟੈਂਸ ਕੀ ਹੈ ਐਂਡ ਇਹ ਵੀ ਦੱਸੂਗੀ ਵੀ ਜਿਹੜੀ ਅੱਜ ਕੱਲ੍ਹ ਦੀ ਕਰੰਟ ਜਨਰੇਸ਼ਨ ਹੈ ਉਹ ਇਹਨਾਂ 'ਤੇ ਕਿੱਦਾਂ ਟੂ ਮਚ ਮਨੀ, ਐਕਸੈਸਿਵ ਮਨੀ ਕੀ ਹੈ ਸਪੈਂਡ ਕਰ ਰਹੀ ਹੈ। ਸੋ ਫਸਟ ਪੈਰਾਗ੍ਰਾਫ ਦੇ ਵਿੱਚ ਆਪਾਂ ਇੰਪੋਰਟੈਂਸ ਦੱਸਾਂਗੇ ਸੈਲੀਬ੍ਰੇਸ਼ਨਸ ਦੀ। ਸੋ ਆਪਾਂ ਸਟਾਰਟ ਕਰਾਂਗੇ। ਇਟ ਇਜ਼ ਅਨਡਿਨਾਈਬਲ ਦੈਟ ਫੈਮਲੀ ਸੈਲੀਬ੍ਰੇਸ਼ਨਸ ਟੇਕ ਦ ਅਸੈਂਸ਼ੀਅਲ ਰੋਲ ਟੂ ਦ ਫੈਮਲੀ ਐਜ਼ ਆਫ ਇਟ ਫੈਸਿਲੀਟੇਟਿੰਗ ਦ ਰੀਯੂਨੀਅਨ ਆਫ ਫੈਮਲੀ ਮੈਂਬਰਸ। ਸੋ ਕਹਿੰਦੇ ਇਹ ਕੀ ਨੇ, ਅਸੈਂਸ਼ੀਅਲ ਰੋਲ ਪਲੇ ਕਰਦੇ ਨੇ ਜਿਹੜੇ ਇਹ ਸੈਲੀਬ੍ਰੇਸ਼ਨਸ ਨੇ ਮੈਂਬਰਸ ਦੇ ਲਈ। ਕੀ ਓਕੇਜ਼ਨ ਸੱਚ ਐਜ਼ ਜਿਹੜੇ ਇੰਪੋਰਟੈਂਟ, ਕੀ ਓਕੇਜ਼ਨ ਤਾਂ ਕਿਹਾ ਜਿਹੜੇ ਇੰਪੋਰਟੈਂਟ ਓਕੇਜ਼ਨ ਨੇ ਸੱਚ ਐਜ਼ ਬਰਥਡੇਜ਼, ਵੈਡਿੰਗਸ are cause for celebration as they are happy events that bring the family closer. ਸੋ ਇੱਦਾਂ ਦੇ ਕਹਿੰਦੇ ਜਦੋਂ ਫੈਮਿਲੀ ਫੰਕਸ਼ਨ ਸੈਲੀਬ੍ਰੇਟ ਹੁੰਦੇ ਆ ਤਾਂ ਫੈਮਿਲੀ ਕੀ ਹੁੰਦੀ ਹੈ ਇੱਕ ਦੂਜੇ ਦੇ ਕਲੋਜ਼ ਹੋ ਜਾਂਦੀ ਹੈ, ਰਿਲੇਸ਼ਨਸ਼ਿਪ ਸਟਰੋਂਗ ਹੋ ਜਾਂਦਾ ਹੈ। ਮੀਟਿੰਗ ਫੈਮਿਲੀ ਮੈਂਬਰਸ ਡਿਊਰਿੰਗ ਸੱਚ ਓਕੇਜ਼ਨਸ ਸਪੈਸ਼ਲੀ ਇਫ ਦੇ ਆਰ ਰੈਗੂਲਰ ਸੱਚ ਐਜ਼ ਬਰਥਡੇ ਪਾਰਟੀਜ਼ ਇਜ਼ ਸਰਟਨ ਟੂ ਬਿਲਡ ਫੈਮਿਲੀਅਲ ਟਾਈਜ਼ ਐਂਡ ਬੌਂਡ। ਜੇ ਕਹਿੰਦੇ ਇੱਦਾਂ ਦੀਆਂ ਰੈਗੂਲਰ ਮੀਟਿੰਗਸ ਜਾਂ ਲਾਈਕ ਬਰਥਡੇ ਪਾਰਟੀਜ਼ 'ਤੇ ਲੋਕ ਮਿਲਦੇ ਰਹਿੰਦੇ ਨੇ ਤਾਂ ਕੀ ਹੁੰਦਾ, ਜੋ ਫੈਮਿਲੀਅਲ ਟਾਈਜ਼ ਹੁੰਦੀਆਂ ਬੌਂਡਸ ਕੀ ਹੋ ਜਾਂਦਾ, ਸਟਰੋਂਗ ਹੋ ਜਾਂਦਾ। ਇਨ ਐਡੀਸ਼ਨ certain family celebrations such as those to honor a recent graduate may also spur and inspire other family members to reach similar heights of achievement. ਸੋ ਕਹਿੰਦੇ ਲੋਕ ਇੱਕ ਦੂਜੇ ਨਾਲ ਆਪਣੀ ਸੈਲੀਬ੍ਰੇਸ਼ਨ ਕੀ ਹੈ ਕਹਿੰਦੇ ਇੰਜੋਏ ਕਰਦੇ ਨੇ, ਕੋਈ ਸਕਸੈਸ ਹੈ ਇੱਕ ਦੂਜੇ ਨਾਲ ਕਹਿੰਦੇ ਸ਼ੇਅਰ ਕਰਦੇ ਨੇ। ਸੋ ਇੱਕ ਤਰ੍ਹਾਂ ਦੀ ਕਹਿੰਦੇ ਕੀ ਹੈ, ਇੱਕ ਇਨਕਰੇਜਮੈਂਟ ਵੀ ਮਿਲਦੀ ਹੈ, ਇੰਸਪੀਰੇਸ਼ਨ ਵੀ ਮਿਲਦੀ ਹੈ। ਸੋ ਇਹ ਤਾਂ ਆਪਾਂ ਦੱਸਤਾ ਵੀ ਇਹ ਕਿਉਂ ਇੰਪੋਰਟੈਂਸ ਨੇ, ਠੀਕ ਹੈ, ਕਿਉਂਕਿ ਇਹਦੇ ਨਾਲ ਫੈਮਿਲੀ ਬੌਂਡਿੰਗ ਸਟਰੋਂਗ ਹੋ ਜਾਂਦੀ ਹੈ, ਠੀਕ ਹੈ, ਲੋਕਾਂ ਨੂੰ ਇੱਕ ਹਾਈਟਸ ਆਫ ਲਾਈਕ ਅਚੀਵਮੈਂਟ ਮਿਲਦੀ ਹੈ, ਇਨਕਰੇਜਮੈਂਟ ਮਿਲਦੀ ਹੈ। ਦੂਸਰਾ ਪੈਰਾਗ੍ਰਾਫ ਦੱਸਾਂਗੇ ਹੁਣ ਜੋ ਕਿ ਉਹਨਾਂ ਨੇ ਪੁੱਛਿਆ ਆਪਾਂ ਨੂੰ ਮੇਨ ਵੀ ਇਹ ਕਹਿੰਦੇ ਕੀ ਹੈ ਵੀ ਤੁਹਾਨੂੰ ਕੀ ਲੱਗਦਾ ਵੀ ਟੂ ਮਚ ਮਨੀ ਸਪੈਂਡ ਹੋ ਰਹੀ ਹੈ। ਸੋ ਹਾਂਜੀ ਕਹਿੰਦੇ ਹਾਊ ਐਵਰ ਇਨ ਰੀਸੈਂਟ ਟਾਈਮਸ ਲੈਵਿਸ਼ ਅਮਾਊਂਟਸ, ਲੈਵਿਸ਼ ਮਤਲਬ ਕਿ ਬਹੁਤ ਜ਼ਿਆਦਾ ਅਮਾਊਂਟ ਹੈ ਜੋ ਕੀ ਹੈ ਅਨਨੈਸੈਸਰੀ ਅਮਾਊਂਟ ਕੀ ਹੋ ਰਹੀ ਹੈ, ਸਪੈਂਡ ਹੋ ਰਹੀ ਆ। Amounts of money are being spent during these celebration. In my mind, the extravagance is not warranted as the sheer amount of money spent detracts from the key reason of having the celebration. ਕਹਿੰਦੇ ਮਨੀ ਜਦੋਂ ਇੰਨੀ ਜ਼ਿਆਦਾ ਸਪੈਂਡ ਹੋ ਜਾਂਦੀ ਹੈ ਤਾਂ ਜਿਹੜਾ ਮੇਨ ਰੀਜ਼ਨ ਹੁੰਦਾ ਸੈਲੀਬ੍ਰੇਸ਼ਨ ਦਾ ਕਹਿੰਦੇ ਉਹ ਤਾਂ ਕਿਤੇ ਗੁੰਮ ਹੀ ਹੋ ਜਾਂਦਾ, ਖੋ ਹੀ ਜਾਂਦਾ ਹੈ। which is to enjoy the company of family members and to share in the joy of the occasion. So ਕਹਿੰਦੇ ਜ਼ਿਆਦਾ ਪੈਸੇ ਕੀ ਕਰਦਾ, ਡੀਟਰੈਕਟ ਕਰਦਾ, ਮਤਲਬ ਕਿ ਕੀ ਹੈ ਅਟਰੈਕਸ਼ਨ ਨਹੀਂ ਰਹਿੰਦੀ ਵੀ ਹਾਂਜੀ ਪਰਪਸ ਕੀ ਸੀਗਾ ਫੰਕਸ਼ਨ ਦਾ। ਸੋ ਫॉर ਇੰਸਟੈਂਸ ਅ ਟਿਪੀਕਲ ਵੈਡਿੰਗ ਡਿਨਰ ਇਜ਼ ਨਾਓ ਹੈਲਡ ਇਨ ਲਗਜ਼ਰੀਅਸ ਹੋਟਲਸ। ਕਹਿੰਦੇ ਜੋ ਅੱਜ ਕੱਲ੍ਹ ਦੇ ਵੈਡਿੰਗ ਹੋਣੇ ਡਿਨਰਸ ਨੇ ਉਹ ਕਿੱਥੇ ਹੁੰਦੇ ਆ, ਲਗਜ਼ਰੀਅਸ ਹੋਟਲਸ 'ਚ ਹੋ ਰਹੇ ਨੇ। ਐਂਡ ਦ ਕਾਸਟ ਆਫ ਸਚ ਡਿਨਰਸ ਗੋਜ਼ ਇਨ ਟੂ ਦ ਹੰਡਰਡਸ ਆਫ ਥਾਊਜ਼ੈਂਡਸ ਆਫ ਡਾਲਰਸ ਐਂਡ ਫਰੀਕੁਐਂਟਲੀ ਲੈਂਡਸ ਦ ਨਿਊਲੀ ਵੈਡਸ ਇਨ ਟੂ ਡੈਟ। ਤਾਂ ਇਹਦਾ ਕਹਿੰਦੇ ਰਿਜ਼ਲਟ ਕੀ ਨਿਕਲਦਾ
है जो कहते न्यूली वैड्स हुंदे ने वो की ने कर्ज च चले जाते हैं, उन्हें उत्ते बर्डन हो जाता है, कर्जा चढ़ जाता है। इट इज़ कॉमन टू सीन पीपल आर टू मटीरियलिज्म, अजकल की बन चुके हैं, बहुत ज़्यादा मटीरियलिस्टिक बन गए हैं पीपल वैन दे आर अरेंजिंग देयर इवेंट ऑफ सेलिब्रेशन। फॉर एग्जाम्पल दे टेंड टू प्रेफर लग्जरी फूड एंड beverage as well as hiring live band for music just for better enjoyment and entertainment। मटीरियलिस्टिक ਦਾ मतलब कि ਦੂਜਿਆਂ ਨੂੰ ਸ਼ੋਅ ਕਰਨ ਦੇ ਲਈ ਜਸਟ ਹਾਂਜੀ ਉਹ ਕੀ ਕਰਦੇ ਨੇ, ਸਾਰਾ ਕੁਝ ਮਹਿੰਗਾ ਆਰਗੇਨਾਈਜ਼ ਕਰਦੇ ਨੇ, ਫੂਡ ਵੀ ਮਿਊਜ਼ਿਕ ਇਵੈਂਟਸ ਵੀ ਸਿਰਫ ਇੰਜੋਇਮੈਂਟ ਤੇ ਐਂਟਰਟੇਨਮੈਂਟ ਵਾਸਤੇ, ਬਾਈ ਵਿਚ ਆਈ ਬਲੀਵ ਇਟ ਇਜ਼ ਆਲਰੇਡੀ ਨਾਟ ਅਲਾਈਨ ਵਿਦ ਦ ਮੇਨ ਪਰਪਸ ਆਫ ਦ ਸੈਲੀਬ੍ਰੇਟਿੰਗ ਇਵੈਂਟ ਵਿਚ ਨੀਡਡ ਐਟ ਦ ਬਿਗਨਿੰਗ। ਸੋ ਮੈਨੂੰ ਨਹੀਂ ਲੱਗਦਾ ਕਹਿੰਦੇ ਵੀ ਇਹ ਇੱਕ ਮੇਨ ਵੀ ਇਹ ਚੀਜ਼ਾਂ ਜ਼ਰੂਰੀ ਹੀ ਹੋਣੀਆਂ ਚਾਹੀਦੀਆਂ ਨੇ, ਵੀ ਮੇਨ ਪਰਪਸ ਹੈ ਵੀ ਇਹਨਾਂ ਨੂੰ ਸੈਲੀਬ੍ਰੇਟ, ਇਸ ਤੋਂ ਬਿਨਾਂ ਵੀ ਆਪਾਂ ਇਹਨਾਂ ਨੂੰ ਸੈਲੀਬ੍ਰੇਟ ਕਰ ਸਕਦੇ ਹਾਂ ਸੋ ਘੱਟ ਮਨੀ ਸਪੈਂਡ ਕਰਕੇ। ਸੋ ਮੀਨਿੰਗ ਇਹੀ ਹੈ ਵੀ ਹਾਂਜੀ ਅੱਜ ਕੱਲ੍ਹ ਦੀ ਜੋ ਜਨਰੇਸ਼ਨ ਹੈ ਜ਼ਿਆਦਾ ਪੈਸਾ ਸਪੈਂਡ ਕਰ ਰਹੀ ਹੈ, ਠੀਕ ਹੈ ਜੀ। ਸ਼ੋਅ ਆਫ ਸਟੇਟਸ ਦਿਖਾਉਣ ਦੇ ਲਈ ਤੁਸੀਂ ਇਹ ਵੀ ਪੁਆਇੰਟ ਐਡ ਕਰ ਸਕਦੇ ਹੋ, ਠੀਕ ਹੈ, ਜਿਵੇਂ ਮਟੀਰੀਅਲਿਸਟਿਕ ਹੈ, ਸਟੇਟਸ ਸ਼ੋਅ ਕਰਦੇ ਨੇ, ਠੀਕ ਹੈ। ਸੋ ਇਨ ਕਨਕਲੂਜਨ I believe that family celebrations allow relatives to cherish the important moments in each other's life। ठीक है, कहते हैं इंपॉर्टेंट है भी एक दूजे नाल आपां यादां नूं तरोताज़ा करते हैं, मोमेंट्स स्पेंड करते हैं। I do agree that nowadays people spend too much on these occasions। ते कहते मैं एग्री करते हैं भी अजकल लोग इन्हां ते बहुत ज़्यादा पैसा खर्च कर रहे हैं। I am firmly in favor of celebrating family occasions only in modest manner। कहते मैं ठीक है इस दे फेवर च भी सैलीब्रेट करनियां चाहिए ने। This would ensure पर यह भी इंश्योर करना चाहिए these celebration would not pose a burden to all present and would keep the focus on the joyous occasion। तो कहते ਇਹਦਾ ਇਹ ਵੀ ਮੇਨ ਇਹ ਵੀ श्योर होना चाहिए भी ਇਹ जो ਸੈਲੀਬ੍ਰੇਸ਼ਨ ਹੈ ਇਹ ਕਿਸੇ ਦੇ ਉੱਤੇ ਬਰਡਨ ਨਾ ਪਾਉਣ ਤੇ ਸਿਰਫ ਇਹਨਾਂ ਨੂੰ ਜॉयफुल ਨੇਚਰ ਦੇ ਨਾਲ ਜॉयफुल ਲਾਈਕ ਇੰਜੋਇਮੈਂਟ ਦੇ ਨਾਲ ਇਹਨਾਂ ਫੰਕਸ਼ਨ ਨੂੰ ਕੀ ਹੈ ਸੈਲੀਬ੍ਰੇਸ਼ਨ ਨੂੰ ਸੈਲੀਬ੍ਰੇਟ ਕੀਤਾ ਜਾਵੇ, ਠੀਕ ਹੈ ਫਰੈਂਡਸ। ਸੋ ਇਹੀ ਆਇਆ ਸੀ ਟੌਪਿਕ ਲੁਧਿਆਣੇ, ਠੀਕ ਹੈ। ਸੋ ਕਈ ਸਟੂਡੈਂਟ ਦੇ ਕਮੈਂਟਸ ਆਏ ਸੀਗੇ, ਉਹਨਾਂ ਨੂੰ ਟੌਪਿਕ ਕੁਝ ਹੋਰ ਆਇਆ, ਸੋ ਅਲੱਗ-ਅਲੱਗ ਸੈਂਟਰ ਦੇ ਵਿੱਚ, ਠੀਕ ਹੈ, ਅਲੱਗ-ਅਲੱਗ ਟੌਪਿਕ ਆਇਆ, ਠੀਕ ਹੈ। ਸੋ ਇਹ ਸਟੂਡੈਂਟ ਸੀ ਜਿਹੜਾ ਇਹਨਾਂ ਦਾ ਜੀਟੀ ਦਾ ਐਗਜ਼ਾਮ ਸੀ ਜਿਨ੍ਹਾਂ ਨੂੰ ਈਵਨਿੰਗ ਸਲੋਟ ਦੇ ਵਿੱਚ 13 ਮਾਰਚ ਨੂੰ ਟਾਸਕ 2 ਆਇਆ, ਠੀਕ ਹੈ ਫਰੈਂਡਸ। ਮੈਨੂੰ ਆਸ ਹੈ ਕਿ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ ਹੋਵੇਗੀ। ਜੋ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਓਕੇ ਫਰੈਂਡਸ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਬਾਏ ਬਾਏ, ਟੇਕ ਕੇਅਰ।